अस्सलाम वरहमतुल्लाहि वबरकातुल्लाह। हाँ मेरा ख्याल है आमिर भाई का नैटवर्क का मेरा भी नैट का ही मसला सी कसर भाई 2-3 दफ़ा मैं कॉल च आया लेकिन ना मेरे को उत्ते कोई शो ही नहीं हो रहा सी कुछ भी तो मैं फिर वो इंटरनेट तो चेंज किया दूसरे इंटरनेट तो आया। अच्छा 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 हो ਜਾਂਦਾ ਬਾਦੀ ਵਾਰੀ ਇਹ ਮਸਲਾ। ਬਈ ਤੁਸੀਂ ਪਾਕਿਸਤਾਨ ਰਹਿ ਕੇ ਕਿਵੇਂ ਲਾਈਵ ਚਲਾ ਰਹੇ ਹੋ? ਮੈਂ ਤੇ ਬੜੀ ਕੋਸ਼ਿਸ਼ ਕੀਤੀ ਹੈ ਲਾਈਵ ਚਲਾਉਣ ਦੀ, ਈਵਨ ਕਿ ਮੈਂ ਉਸੇ ਨੂੰ ਵੀ ਉਹ ਟਿਕਟੌਕ ਦਾ 골ਡ ਵਰਜ਼ਨ ਮਿਲਦਾ ਪਾਕਿਸਤਾਨ ਲਾਈਵ ਚਲਾਉਣ ਵਾਸਤੇ, ਉਹਦੇ ਤੇ ਚੱਲ ਜਾਂਦੀ ਹੈ। बाहर का नंबर ले लेना, मेरे पास भी बाहर का नंबर ही है, उस पे चल जाता है। नहीं नंबर की ज़रूरत नहीं है, बगैर नंबर के चल जाती है। गोल्ड वर्जन आता है टिकटॉक का, उस पर डायरेक्ट चल जाती है। अच्छा ਅੱਛਾ ਗੱਲ ਮਲਕ ਤਲਤ ਦੀ ਕਰ ਰਹੇ ਸੀ ਤੇ ਮੈਂ ਇੱਥੇ ਸਾਰਿਆਂ ਨੂੰ ਦੱਸ ਰਿਹਾ ਕਿ ਜਿਸ ਬਰਾੜ ਤੇ ਮੈਨੂੰ ਮਲਕ ਤਲਤ ਨਜ਼ਰ ਆਇਆ ਆਪਣੇ ਮੁਸਲਮਾਨਾਂ ਦੀ, ਮੈਂ ਬਰਾੜ ਦੇ ਉੱਤੇ ਜਾਣਾ ਤੇ ਉਹਨੂੰ ਜ਼ਲੀਲ ਕਰਕੇ ਤੇ ਲਾ ਦੇਣਾ ਬਰਾੜ ਤੋਂ। ਮੈਂ ਦੱਸ ਰਿਹਾ ਜੇ ਕੋਈ ਬੰਦਾ ਬਾਅਦ ਵਿੱਚ ਮੇਰੇ ਨਾਲ ਗਿਲਾ ਨਾ ਕਰੇ ਕਿ ਤੁਸੀਂ ਜ਼ਿਆਦਤੀ ਕੀਤੀ ਹੈ, ਠੀਕ ਹੈ? ਮੈਂ ਪਹਿਲੇ ਦੱਸ ਰਿਹਾ ਜਿਹੜੀ ਉਸ ਬੰਦੇ ਨੇ ਕੱਲ ਬਕਵਾਸ ਕੀਤੀ ਹੈ ਕਿਸੇ ਨੇ ਸੁਣੀ ਹੈ? ਜਿਹੜੀ ਉਸਨੇ ਅੱਜ ਕੀਤੀ ਹੈ ਤੁਸੀਂ ਉਹ ਨਹੀਂ ਸੁਣੀ। ਕੈਸਰ ਭਾਈ ਮੈਂ ਅੱਜ ਨਹੀਂ ਸੁਣੀ ਲੇਕਿਨ ਕੱਲ ਦਾ ਮੈਨੂੰ ਬੜਾ ਗੁੱਸਾ ਉਸ ਖਬੀਸ ਦੇ ਬੱਚੇ ਨੇ ਕਿਹਾ ਹਜ਼ਰਤ ਮਰੀਮ ਅਲੈਹ ਇਸਲਾਮ ਦੇ ਬਾਰੇ ਕਿ ਮਰੀਮ ਅਲੈਹ ਇਸਲਾਮ ਦੁਨੀਆ ਦੇ ਵਿੱਚ ਜ਼ਲੀਲ ਖ਼ੁਆਰ ਹੁੰਦੀਆਂ ਰਹੀਆਂ ਨੇ, ਨਾਉਜ਼ ਬਿਲਾ, ਠੀਕ ਹੈ? ਅੰਬੀਆ ਦੇ ਬਾਰੇ ਉਸ ਕੁੱਤੀ ਦੇ ਬੱਚੇ ਨੇ ਕਿਹਾ ਕਿ ਅੰਬੀਆ ਜਿਹੜੇ ਨੇ ਜਿੰਨੀ ਦੇਰ ਤੱਕ ਅੱਲਾ ਵਹੀ ਨਹੀਂ ਕਰਦਾ ਉਸ ਤੋਂ ਪਹਿਲੇ ਗੁੰਮਰਾਹ ਹੀ ਹੁੰਦੇ ਨੇ। ਤੇਰਾ ਕਸੂਰ। ਮਲਕ ਕਾਸਰ ਸਾਹਿਬ ਰਮਜ਼ਾਨ ਤੋਂ ਵੀ ਕਾਫੀ ਦੇਰ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਮੈਂ ਕਿਹਾ ਜਿਹੜੇ ਤਲਤ ਸਾਹਿਬ ਨੇ ਜਾ ਕੇ ਬੰਦੇ ਨੇ ਮੁਲਹਿਦਾਂ ਕੋਲ, ਠੀਕ ਹੈ, ਚੰਨ ਚੜੇਗਾ। ਤੁਸੀਂ ਇੱਕ ਵਾਰੀ ਇਹ ਕੰਮ ਹੋ ਜਾਣਾ, ਜਿਹਨੇ ਮੁਲਹਿਦ ਹੋ ਜਾਣਾ ਜੇ, ਤੇ ਹੁਣ ਕੋਈ ਕਮੀ ਰਹਿ ਗਈ ਤੇ ਦੱਸੋ। ਆਪਣੀ ਬਰਾੜ ਦੇ ਉੱਤੇ ਬਹਿ ਕੇ ਉਹਨੇ ਆਖਿਆ 95% ਸਾਡਾ ਤੇ ਕਾਦੀਆਨੀਆਂ ਦਾ ਇੱਕ ਹਿਸਾਬ ਨਿਜ਼ਾਮ ਇਹਨਾਂ ਦਾ, 5% ਦਾ ਕੀ ਹੁੰਦਾ? ਮੈਂ ਤੇ ਕਹਿੰਦਾ ਇਹ ਬਿਹਤਰ ਹੈ। ਜ਼ਾਹਿਦ ਭਾਈ ਅੱਜ ਉਸਨੇ ਕਿਹਾ ਹੈ ਕਿ ਜੀ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲ ਇਹ ਕਰਨੀ ਹੈ ਕਿ ਤੁਸੀਂ ਤੇ ਕਹਿ ਰਹੇ ਹੋ ਕਿ ਸ਼ੈਤਾਨ ਦਾ ਕੋਈ ਵਜੂਦ ਨਹੀਂ ਹੈ। ਉਹਨੇ ਕਿਹਾ ਸ਼ੈਤਾਨ ਦਾ ਕਿ ਮੈਂ ਤੇ ਕਿਸੇ ਫਰਿਸ਼ਤੇ ਦਾ ਵੀ ਕੋਈ ਵਜੂਦ ਨਹੀਂ ਮੰਨਦਾ, ਫਰਿਸ਼ਤੇ ਤਾਂ ਹੁੰਦੇ ਹੀ ਨਹੀਂ। ਨਹੀਂ ਉਹ ਤੇ ਮਿਰਜ਼ਾ ਕਾਦੀਆਨੀ ਵੀ ਇਹੀ ਕਹਿੰਦਾ ਸੀ, ਮਿਰਜ਼ਾ ਕਾਦੀਆਨੀ ਵੀ ਮਲਾਇਕਾ ਦੇ ਵਜੂਦ ਦਾ ਮਿਰਜ਼ਾ ਕਾਦੀਆਨੀ ਵੀ ਮੁਨਕਰ ਸੀ, ਇਹ ਕੋਈ ਨਵੀਂ ਗੱਲ ਨਹੀਂ ਕੀਤੀ। ਅੱਛਾ वो भी मुनकर है, माशाल्लाह। एक और निकल आया है। एक कस्में रोज ਅਸੀਂ ਟਿਕਟੌਕ ਤੇ ਆਨੇ, ਅਸੀਂ ਕਹਿੰਦੇ ਯਾਰ ਅੱਜ ਜਿਹੜਾ ਨਾ ਕਿ ਰੋਜ਼ ਦੀ ਉਹੀ ਚੱਕ, ਉਹ ਮੈਂ ਕਹਿੰਦਾ ਰੋਜ਼ ਇੱਕ ਤੋਂ ਇੱਕ ਨया ਇਨਕਸ਼ਾਫ ਹੁੰਦਾ ਹੈ, ਇੱਕ ਤੋਂ ਇੱਕ ਨया ਇਨਕਸ਼ਾਫ ਰੋਜ਼। ਤੁਸੀਂ ਪੜ੍ਹਿਆ ਨਹੀਂ ਨਾ ਕੈਸਰ ਭਾਈ, ਤੁਸੀਂ ਪੜ੍ਹਿਆ ਨਹੀਂ। ਮਿਰਜ਼ਾ ਮਸਰੂਰ ਦਾ ਬਕਾਇਦਾ ਵੀਡੀਓ ਮੌਜੂਦ ਹੈ, ਉਹ ਕਹਿੰਦਾ ਹੈ ਕਿ ਹਜ਼ਰਤ ਆਦਮ ਅਲੈਹ ਇਸਲਾਮ ਜਦੋਂ ਆਏ ਨੇ ਨਾ, ਉਦੋਂ ਦੁਨੀਆ ਦੇ ਉੱਤੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਨੂੰ ਅੱਲਾਹ ਤਾਲਾ ਨੇ ਦਿੱਤਾ ਹੁਕਮ, ਨਾ ਉਹ ਫਰਿਸ਼ਤੇ ਸੀ ਤੇ ਨਾ ਇਬਲੀਸ ਦਾ ਕੋਈ ਵਜੂਦ ਹੈ। ਉਹ ਕਹਿੰਦਾ ਦੁਨੀਆ 'ਤੇ ਆਬਾਦੀ ਮੌਜੂਦ ਸੀ, ਅੱਲਾਹ ਤਾਲਾ ਨੇ ਉਸ ਜਿਹੜੇ ਇਨਸਾਨ ਮੌਜੂਦ ਸੀ ਉਹਨਾਂ ਨੂੰ ਹੁਕਮ ਦਿੱਤਾ ਹੈ ਕਿ ਆਦਮ ਨੂੰ ਸਜਦਾ ਕਰੋ। ਜਿਨ੍ਹਾਂ ਨੇ ਆਦਮ ਨੂੰ ਸਜਦਾ ਕੀਤਾ ਉਹ ਫਰਿਸ਼ਤੇ ਸੀ, ਜਿਹਨੇ ਇਨਕਾਰ ਕੀਤਾ ਉਹ ਇਬਲੀਸ ਸੀ। ਵੈਰੀ ਗੁੱਡ। ਮੈਂ ਪਹਿਲੀ ਵਾਰੀ ਸੁਣ ਰਿਹਾ ਸੀ। ਇਹ ਬਹੁਤ ਕੁਝ ਨਿਕਲੇਗਾ, ਬਹੁਤ ਕੁਝ ਨਿਕਲੇਗਾ। ਮੇਰੇ ਕੋਲ ਵੀਡੀਓ ਪਈ ਹੋਣੀ, ਲੱਭਣੀ ਪੈਣੀ ਹੈ, ਵੀਡੀਓ ਹੈ ਮੇਰੇ ਕੋਲ। ਤਾਂ ਤੁਸੀਂ ਸਿਰਫ ਥੋੜਾ ਜਿਹਾ ਹੋਰ ਇੰਤਜ਼ਾਰ ਕਰੋ, ਇਹਨਾਂ ਆਖਣਾ ਸਾਡੇ 14 ਜਨਮ ਹੋਣੇ ਨੇ ਇਸ ਜਨਮ 'ਚ। ਮੈਂ ਤਾਂ ਕਹਿੰਦਾ ਉਹਨ ਕਰੀਬ ਹੋ ਸਕਦਾ। ਤਲਤ ਸਾਹਿਬ ਵੀ ਕਹਿ ਦੇਣ, ਮੈਨੂੰ ਵੀ ਲਾਮ ਹੁੰਦੇ ਨੇ ਤੇ ਕੋਈ ਦਾਵਾ ਕਰਦੇ ਨੇ ਵੀ ਹੋ ਸਕਦਾ ਜੇ। ਉਹ ਸਰਕਾਰ ਨਦੀਮ ਸਾਹਿਬ ਇਹਨਾਂ ਆਖਣਾ ਕਿ ਅਸੀਂ ਇਸ ਜਨਮ 'ਚ ਅੱਛੇ ਅਮਲ ਨਾ ਕੀਤੇ ਤੇ ਅਗਲੇ ਜਨਮ 'ਚ ਅਸੀਂ ਕੁੱਤੇ ਬਣਨਾ। ਯਾਰ ਤੁਸੀਂ ਇਹਨਾਂ ਦੀ ਅਕਲ ਦਾ ਅੰਦਾਜ਼ਾ ਲਾਓ ਕਿ ਕੱਲ ਇੱਕ ਬੰਦੇ ਨਾਲ ਜਿਹੜਾ ਗੱਲ ਕਰ ਰਿਹਾ ਉਹ ਬਾਬੇ ਇਮਾਨ ਨਾਲ ਅਹਿਲੇ ਤਸ਼ੀਆਂ ਨਾਲ ਲੱਗਾ ਸੀ ਗੱਲ ਕਰਨ, ਉਹ ਕੁਰਾਨ ਦੀਆਂ ਆਇਤਾਂ ਇਹਦੇ ਸਾਹਮਣੇ ਰੱਖ ਰਿਹਾ, ਕੁਰਾਨ ਦੀਆਂ ਆਇਤਾਂ। ਇਹ ਆਪਣੀ ਮਾਂ ਦਾ ਫਹਿਮ ਡਾਊਨਲੋਡ ਕਰਕੇ ਕੁਰਾਨ ਦੀਆਂ ਆਇਤਾਂ ਰਿਜੈਕਟ ਕਰੀ ਜਾ ਰਿਹਾ। ਵੈਸੇ ਜ਼ਾਇਦ ਭਾਈ ਮੇਰਾ ਨਹੀਂ ਖਿਆਲ ਕਿ ਕਿਸੇ ਬੰਦੇ ਦੇ ਨਾਲ ਮਰਜ਼ਈਅਤ ਜਿਹੜੀ ਹੈ ਕਾਦੀਆਨੀ ਨੇ ਇਹਨਾਂ ਦੇ ਨਾਲ ਕੁਰਾਨ ਹਦੀਸ ਦੇ ਨਾਲ ਗੁਫ਼ਤਗੂ ਕੀਤੀ ਜਾਏ, ਠੀਕ ਹੈ? ਪਹਿਲਾਂ ਤਾਂ ਇਹ ਵੇਖਣਾ ਕਿ ਇਹਨਾਂ ਨੂੰ ਆਪਣੇ ਤਰਜਮੇ ਜਿਹੜੇ ਇਹਨਾਂ ਕੀਤੇ ਨੇ, ਇੱਕ ਸੈਕਿੰਡ ਯਾਦ ਲੱਗ ਗਏ। अस्सलाम वालेकुम। ਉਹ ਕਹਿੰਦਾ ਕੁਰਾਨ ਦੀ ਆਇਤ ਦਾ ਮੈਨੂੰ ਪਤਾ ਨਹੀਂ,
ਤੂੰ ਮੈਨੂੰ ਕੁਰਾਨ ਦੀ ਆਇਤ, ਅਰਬੀ ਵੀ ਮੈਨੂੰ ਨਹੀਂ ਆਂਦੀ, ਕੁਰਾਨ ਦੀ ਆਇਤ ਪੜ੍ਹ ਕੇ ਮੈਨੂੰ ਤਰਜਮਾ ਕਰਕੇ ਦੱਸ। ਅੱਛਾ ਜੀ, ਉਹ ਕੁਰਾਨ ਦੀ ਆਇਤ ਪੜ੍ਹ ਕੇ ਉਹਨੂੰ ਤਰਜਮਾ ਕਰਕੇ ਦੱਸ ਰਿਹਾ ਕਿ ਇਹ ਕੁਰਾਨ ਦੀ ਆਇਤ ਹੈ, ਇਹਦਾ ਇਹ ਮਾਨੀ ਹੈ, ਤੇ ਉਹਦੇ ਉੱਤੇ ਫਿਰ ਫਹਿਮ ਆਪਣਾ ਪੇਸ਼ ਕਰ ਰਿਹਾ ਹੈ। ਨਾ ਕੁਰਾਨ ਦੀ ਆਇਤ ਪੜ੍ਹਨੀ ਆਂਦੀ ਹੈ, ਨਾ ਤਰਜਮਾ ਪੜ੍ਹਨਾ ਆਂਦਾ ਹੈ, ਨਾ ਕੋਈ ਹਦੀਸ ਪੜ੍ਹਨੀ ਆਂਦੀ ਹੈ, ਨਾ ਮਿਰਜ਼ਾ ਕਾਦੀਆਨੀ ਦੀ ਕੋਈ ਕਿਤਾਬ ਪੜ੍ਹੀ ਹੈ। ਮੇਰੇ ਪਾਸ ਫਹਿਮ ਹੈ ਜੀ, ਮੇਰੇ ਪਾਸ ਫਹਿਮ है। वो कुरान दी आयत पढ़ के दस रहा है, अगों उन्होंने कह रहा नहीं जी मेरी समझ में नहीं आ रहा, ये बात मेरे फहम में नहीं आई, ये फहम ही नहीं बनता, ये बात मेरी समझ में नहीं आ रही, ये बात मेरे फहम और गुमान से भी वो किसे खोती दे आ बच्चा। फिर मेरा दिमाग खराब होंदा, फिर मेरा दिल करदा मैं इहनूं गालां कड्डां खबीस दे बच्चे नूं। कुरान दी आयत दे नाल एडा वड्डा तू खिलवाड़ कर रहा, तैनूं बंदा एक दस रहा कि लफज मौत इस्तेमाल होया है, ਇਹਦਾ ਮਨ ही की ਲੈਣਾ है। ठीक है, ਉਹ ਕੁਰਾਨ ਚਲੋ ਤੂੰ ਕੋਈ ਉਹਦੀ ਤਸ਼ਰੀਹ ਕਰ, ਕੋਈ ਤਵੀਲ ਕਰ ਉਹਦੀ, ਕੋਈ ਆਪਣੇ ਵੱਲੋਂ ਕੋਈ ਕਮ ਅਜ਼ ਕਮ ਕੋਈ ਬੰਦਾ ਕੋਈ ਲੌਜੀਕਲੀ ਗੱਲ ਤੇ ਕਰਦਾ ਨਾ। ਉਹਨੂੰ ਕਹਿੰਦਾ ਇਹ ਬੰਦਾ ਹੀ ਨਹੀਂ, ਲੌਜਿਕ ਨਹੀਂ ਬਣਨ ਦੀ। ਉਹ ਆਪਣੀ ਮਾਂ ਦਾ ਪਤਾ ਨਹੀਂ ਕਿੱਥੋਂ ਇਹਨੇ ਫਹਿਮ ਡਾਊਨਲੋਡ ਕੀਤਾ ਹੋਇਆ। ਕੁਰਾਨ ਦੀ ਆਇਤ ਨਾਲ ਇਹਨੇ ਕੱਲ ਉਹ ਤਮਾਸ਼ਾ ਕੀਤਾ ਹੈ ਖਬੀਸ ਦੇ ਬੱਚੇ ਨੇ, ਅੱਲਾ ਮਾਫ ਕਰੇ। ਅਸਤਗਫਿਰullah। ਨਾ ਆਪਣਾ ਜ਼ੈਦ ਭਾਈ ਨਾ ਕਲਪੋ ਨਾ, ਕੋਈ ਨਹੀਂ, ਇਹ ਚੀਜ਼ਾਂ ਸਾਹਮਣੇ ਆਣੀਆਂ ਨੇ। ਆਮਰ ਭਾਈ ਇੱਕ ਗੱਲ ਕਰਦੇ ਹੁੰਦੇ ਨੇ ਕਿ ਇਹਨਾਂ ਜਿਹੜੀ ਇਹ ਹੀ ਇੱਕ ਮਰਜ਼ਈਅਤ ਹੈ ਤੇ ਖੁੱਲ ਕੇ ਸਾਹਮਣੇ ਆਉਂਦੀ। ਇਹਨੂੰ ਜਦੋਂ ਤੁਸੀਂ ਗੁੱਸਾ ਨਾ ਕਰੋ, ਬਲਕਿ ਇਹਨੂੰ ਤੁਸੀਂ ਦੱਸੋ ਕਿ ਤੁਸੀਂ ਆਪਣਾ ਆਪ ਜਿਹੜਾ ਦੱਸ ਰਹੇ ਨੇ। ਹੁਣ ਬਾਬੇ ਮਿਸਟਰ ਬੰਬਾਸਟਿਕ ਦੀ ਗੱਲ ਕਰ ਰਹੇ ਸਨ, ਆਪਣਾ ਉਹ ਬਦਬਖਤ ਨੇ 1,24,000 ਨੂੰ ਬੁਰਾ ਕਹਿ ਦਿੱਤਾ। ਐਸਾ ਬਦਬਖਤ ਹੈ ਉਹ ਯਾਰ ਕਹਿੰਦਾ ਮੈਂ 1,24,000 ਰੁਪਏ ਕਮਰਾ ਤੇ ਲਾਨਤ ਪਈ ਦਾ। ਅਸਤਗਫਿਰullah ਯਾਰ, ਅਸਤਗਫਿਰullah। ਤੁਸੀਂ ਬਾਰ-ਬਾਰ ਨਾ ਇਹ ਗੱਲ ਕਰੋ ਭਾਈ, ਕਰ ਮੈਂ ਤਾਂ ਲਾਨਤ ਦਾ ਇਸਤੇਮਾਲ ਹੀ ਨਹੀਂ ਕਰਦੇ, ਇਸੇ ਗੱਲੇ ਪਕੜਨੇ ਐਡਾ ਬਦਬਖਤ ਹੈ ਉਹ ਜੀ। ਤੇ ਇਹ ਚੀਜ਼ਾਂ ਪਤਾ ਲੱਗਣੀਆਂ ਕਦੀ ਨਾ ਚਾਹੀਦੀਆਂ। ਮਿਰਜ਼ਾਈਆਂ ਸਾਰਿਆਂ ਦੀਆਂ ਸ਼ਕਲਾਂ ਇਹਨਾਂ ਦੀਆਂ ਕਦੀ ਤੁਸੀਂ ਜਨਾਬ ਲਈ ਚੈੱਕ ਕੀਤੀਆਂ ਡਿਠੀਆਂ ਨੇ? ਨੌਸਤ ਬਦਬੂ ਨੌਸਤ, ਕਸਮ ਖੁਦਾ ਦੀ ਇਹਨਾਂ ਦੀ ਸ਼ਕਲ ਦੇ ਉੱਤੇ ਟੰਗੀ ਹੋਈ ਹੈ ਨੌਸਤ। ਇਮਰਾਨ ਸਾਹਿਬ, ਇਹਨਾਂ ਦੇ ਕੋਲੋਂ ਬੜੀ ਇੱਕ ਅਜੀਬ ਕਿਸਮ ਦੀ ਹਮਕ ਹੁੰਦੀ ਹੈ ਨਾ, ਬਦਬੂ ਜਿਹਨੂੰ ਕਹਿੰਦੇ ਤੁਸੀਂ। ਉਹ ਖਲੋ ਜੋ ਇੱਕ ਮਿੰਟ, ਤੁਹਾਨੂੰ ਮੈਂ ਵਿਖਾਣਾ। ਖਲੋ ਜੋ, ਇੱਕ ਉਹ ਮਨੂਸ ਦੀ ਸ਼ਕਲ ਵਾਲਾ, ਭੈੜੀ ਜੀ ਸ਼ਕਲ ਵਾਲਾ ਮਰਜ਼ਈ ਹੈ, ਆਪਣੀ ਆਈਡੀ ਦਾ ਨਾਮ ਰੱਖਿਆ ਹੋਇਆ ਨੈਚੁਰਲ ਬਿਊਟੀ। ਖਲੋ ਜੋ, ਤੁਹਾਨੂੰ ਮੈਂ ਇਹਦਾ ਇੱਥੇ ਸਕੈਨ ਲਾ ਕੇ ਵਿਖਾਣਾ ਜੇ। ਉਹਨੇ ਨੈਚੁਰਲ ਬਿਊਟੀ ਨਾਂ ਰੱਖਿਆ। ਉਹ ਮੈਂ ਕਿਹਾ ਖੁਦਾ ਦੀ ਮਾਰ, ਉਹ ਨੈਚੁਰਲ ਬਿਊਟੀ ਹੈ, ਉਹ ਖੁਦਾ ਦੀ ਲਾਨਤ ਕਹਿ। ਇੱਕ ਮਿੰਟ ਖਲੋ ਜਾ, ਮੈਂ ਤੁਹਾਨੂੰ ਉਹਦੀ ਫੋਟੋ ਲਾ ਕੇ ਵਿਖਾਣਾ। ਖਲੋ ਜੋ ਨੈਚੁਰਲ ਬਿਊਟੀ ਵੇਖਿਓ ਜੇ। ਨੈਚੁਰਲ ਬਿਊਟੀ ਹੈ ਨਦੀਪ ਪਰਵੇਜ਼ ਸਾਹਿਬ, ਜਿਹੜੀ ਤੁਸੀਂ ਹਮਕ ਦੀ ਗੱਲ ਕੀਤੀ ਹੈ ਇਹ ਨੈਚੁਰਲ ਬਿਊਟੀ ਹੈ, ਇਹ ਨੈਚੁਰਲ ਬਿਊਟੀ। ਓ ਆਈ ਕਾਂਟ ਸੀ। ਨਹੀਂ ਨਜ਼ਰ ਨਹੀਂ ਆ ਰਿਹਾ। ਜਿਹੜੀ ਤੁਸੀਂ ਆ ਤੁਹਾਡਾ ਭਲਾ ਹੋ ਜੇ ਓਏ। ਇੰਜ ਦੀ ਮੇਰੇ ਕੋਲ ਇੱਕ ਸ਼ਹਿ ਤੇ ਉਹਦਾ ਮੈਂ 2 ਦਿਨ ਪਹਿਲਾਂ ਆਪਰੇਸ਼ਨ ਕਰਾਇਆ, ਉਹਦੇ ਮੂੰਹ ਦੇ ਉੱਤੇ ਪੱਥਰੀ ਹੋ ਗਈ ਸੀ, ਉਲਟੀ ਨਹੀਂ ਸੀ ਕਰ ਪਾ ਰਿਹਾ। ਅੱਛਾ, ਹੁਣ ਤੁਸੀਂ ਅੰਦਾਜ਼ਾ ਲਾਓ ਇਹਨੇ ਨਾਂ ਕੀ ਰੱਖਿਆ ਹੋਇਆ? ਨੈਚੁਰਲ ਬਿਊਟੀ। ਇਸ ਮਰਜ਼ਈ ਦਾ ਨਾਂ ਜੇ ਨੈਚੁਰਲ ਬਿਊਟੀ। ਤੇ ਸਹੀ ਹੈ, ਨੈਚੁਰਲ ਹੈ। ਕੀ ਕਰਦੇ ਹੋ ਕਰਮਾਂ ਵਾਲਿਓ? ਠੀਕ ਹੈ ਨਾ, ਨੈਚੁਰਲ ਹੈ। ਇਹਦੇ ਮੂੰਹ ਤੇ ਬੰਦਾ 100 ਲਿੱਤਰ ਮਾਰੇ ਤੇ 99 ਤੇ ਜਾ ਕੇ ਭੁੱਲ ਕੇ ਫਿਰ ਇੱਕ ਤੋਂ ਸ਼ੁਰੂ ਹੋਵੇ। ਉਹ ਮਲਕ ਇਮਰਾਨ, ਗੱਲ ਤੇ ਗੰਦੀ ਹੈ ਪਰ ਕਰਨੀ ਬਣਦੀ ਹੈ। ਆਹੋ ਜੇ ਬੰਦਾ ਮੂੰਹ ਤੇ ਅੰਡਰਵੇਅਰ ਪਾ ਕੇ ਨਾ ਤੇ ਬਾਜ਼ਾਰ 'ਚ ਭੇਜਿਆ ਹੋਇਆ, ਤੇ ਮੈਂ ਕਿਸੇ ਬੰਦੇ ਪੁੱਛਿਆ, ਨੇ ਆਖਿਆ ਕੀ ਗੱਲ ਮੂੰਹ ਤੇ ਅੰਡਰਵੇਅਰ ਪਾਈ ਆ? ਤਾਂ ਭੈਣ ਦੇ ਸਕੂਲ ਫੰਕਸ਼ਨ ਹੈ ਤੇ ਮੈਂ ਉੱਥੇ ਸੌਦਾ ਬਣੇ ਆ। ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਿਆ ਕਰੋ। अस्सलाम वालेकुम ज़ाहिद भाई। आप ओ बिस्मिल्लाह पीस है। वालेकुम अस्सलाम। आपके लिए मेरे पास एक खुशखबरी है बहुत बड़ी। फिर कोई मिर्जाइयां दा नवा नबी आया है। पीर अस्कानी साहब के लिए एक खुशखबरी लेकर आया हूँ मैं। अच्छा, मलिक भाई खैरियत है यार? अस्सलाम वालेकुम हजरत, क्या हाल है पीर अस्कानी भाई? वालेकुम अस्सलाम। मेरी आवाज आ रही है सही कि नहीं? जी, आपकी आवाज टन आ रही है माशाल्लाह। क्लियर कट। अच्छा, जायद भाई से ईद मुबारक करने दीजिए। जायद भाई आए गोले मिलते हैं जरा। जी पीर अस्कानी साहब, क्या हाल चाल है? आपको भी मुबारक हो जी। थोड़ा और कवरी, बस जी बिल्कुल। मैं कैमरा ऑन करें ना जी? मैंने कहा कैमरा ऑन कर लेना, ज्यादा करीब होकर मिल लेते हैं। कैमरा ऑन करेंगे तो फिर वही जो अभी तस्वीर दिखा रहे थे लेने के देने ना पड़ जाए। तो
लेने के देने न पड़ जाए मेरे भाई, पर्दे ही में रहने दीजिए, बस ठीक है, गले मिल लिए भाई। कहा सुना सब माफ कीजिए, और आपको ईद मुबारक हो जो गुजर चुकी है। क्या बात है गीत साहब, तक़ब्बल अल्लाह गीत मिन्ना व साहब। मिनकुम। जाहिद भाई क्या? आपका जब दिल करे ना मेरे से खुशखबरी सुन सकते हैं। हाँ ठीक है मलिक साहब, आप अपनी बात कीजिए, क्या खुशखबरी देना पहले चाहते हैं? पहले कैसर भाई से खुशखबरी सुन लें। खुशखबरी मेरा ख्याल है कोई ज़्यादा ही कोई बड़ी खुशखबरी है जो ये याद करवा रहे हैं बार बार। असल में कैसर भाई जो है वो मेरे शागिर्द हैं। इन्होंने सबक कई मरतबा इनको सबक सिखाया, सीख नहीं रहे थे, तो एक दिन मैंने इनके सबक जो है ऐसी की तैसी कर दी। वो दिन है, अभी कुछ नरम पड़ गए, पहले नरम हाथ में आ नहीं आ रहे थे। मैं अपनी मर्जी का करूंगा, शागिर्द होते हुए मर्जी का कैसे कर सकते हैं आप? ठीक, बताइए कैसर भाई। अभी आप उस बात को रो रहे हैं, अभी तो और भी बड़ी चीजें होगी। आप कल बात कर रहे थे कि जो भी अल्लाह और अल्लाह के रसूल की इताअत करेंगे तो उनको कुछ इनामात मिलेंगे, और इस पे आपने बड़ा तफसीली एक बयान दिया। आज वही बात आपके वाली तलत मलक अपनी ब्राड लगाकर वही बात सेम, कम अज कम भी कोई 1 घंटा वही बात दोहराता रहा। कहता है कि मैं इस आयत को कैसे मान जाऊं। और भाई अभी पर्चा हो रहा है, मैच अभी हो रहा है, तो क्या मेरा फैम इसको कैसे तस्लीम करे? भले लिखा हो अहमदियत में या कहीं पे भी लिखा हो, कैसे मानूं मैं इसको कि अल्लाह ताला ऐन पर्चे के इम्तिहान के दौरान किसी को इनाम दे दे? हो ही नहीं सकता, सवाल ही नहीं पैदा होता, दे ही नहीं सकता। रिकॉर्डिंग मौजूद है, अगर आप कहेंगे तो आपको मैं भेज दूंगा। और उसके साथ बैठा हुआ कौन है? इमरान कालू और सारे बाकी कादियानी मिर्ज़ई सब बैठे हैं। बिल्कुल, आपने मुझे सेंड की है, मैंने अभी देखी है। हाँ जी, लगा दो इधर। जो सा पीर साहब को सुनाओ कि आपके मौक़िफ़ की मिर्ज़ई तायद कर रहे हैं भाई। अभी मैं इसलिए नहीं लगा सकता कि मैं अभी सो रहा हूँ, बेड पर पड़ा हूँ। अच्छा, अभी उसको इंशाल्लाह कैसर भाई मैं ਇਹ ਵੀ ਕੰਮ ਅਜੀਬ ਮਲਕ ਸਾਹਿਬ ਨੇ ਜੀ ਕਹਿੰਦਾ ਇਮਰਾਨ ਸਾਹਿਬ ਨੇ ਕਿ ਮੈਂ ਨਹੀਂ ਲਾ ਸਕਦਾ ਕਿਉਂਕਿ ਮੈਂ ਬੈੱਡ ਤੇ ਸੁੱਤੇ ਆਵਾਂ ਤੇ ਬੋਲਦੇ ਤੇਰੇ ਫਰਿਸ਼ਤੇ ਨੇ ਪਏ ਬਈ ਉਹ ਜ਼ਿੱਲੀ ਬਰੂਜ਼ੀ ਤੌਰ ਤੇ ਬੋਲ ਰਹੇ ਨੇ, सिली ब्रूसी तौर पे बोलन दिया। जिन्हें मलक अल्लाह ही हाफिज़ है कसम। पीर अस्कानी भाई आप क्या कहते हैं इन मलकों के बारे में? और पहले तो ये अच्छे लोग हैं, सब मेरे शागिर्द हैं। अब इसी असना में ऊपर डॉक्टर जकरिया आ गया, और डॉक्टर जकरिया ने आके पूछा कि ये इतना फहम वाली बात तुमने कहाँ से ली है? जी जी। तो उन्होंने किसी मरबी शरबी का नाम लिया। कहता मरबियों को क्या पता, उनके पास तो इल्म ही नहीं। माशाल्लाह। ये भी वीडियो इल्म है। किसके पास है फिर? मतलब मरबी भी फारग हो गए ना, तो फिर किसके पास है इल्म? जब तो जो मुरब्बी के सबक पास मैंने- नहीं तो किसके पास? तो जो सबक मैंने पढ़ा था जिली बरूजी हकीकी गैर हकीकी, और तलत मलक ने वो भी फारग कर दिया, क्योंकि ये वहीं से तो ये जिली बरूजी लाते थे। और तलत मलक कहता है मैं तो इसको मानता ही नहीं। सवाल ही तलत मलिक का क्या ख्याल है कि हकीकी है, जिली बरूजी कुछ भी नहीं है? नहीं, मतलब जिली बरूजी तो तलत मलक मानता है ना, उम्मती नबी मानता है, अच्छा, लेकिन अपने ही बातों में उसने उसको फारग कर दिया। अच्छा मलिक साहब आप जरा देखें, ये कहते हैं नबूत का जो है वो जारी है, बहुत सारी बातें हैं, सब ज़हन नशीन होनी चाहिए। भाई अल्लाह कलाम कर देना छोड़ देगा? क्या अल्लाह की सिफ्त नहीं है कलाम करना? क्या अल्लाह ने पहले कलाम नहीं किया? कैसे छोड़ देगा? ये अल्लाह पाक की सुन्नत है, सिफ्त है, पहले करते थे आज भी करेंगे। तुम लोग कौन हो? जाहिलो मुसलमान अपने आप को सरकारी कह के अल्लाह पे तुम लोगों ने ये जो है डोंस जमाया हुआ कि अब कलाम नहीं करेंगे। हालांकि हमारा ये इस तरह का कोई दावा नहीं है कि अल्लाह कलाम नहीं करता, अल्लाह की सुन्नत बदल गई, अल्लाह की सिफ्त बदल गई, हम ये तो कहते नहीं। इन्होंने खुद से ये क्या करते हैं, खुद एक सवाल बनाकर एक चीज़ गढ़कर फिर उसको मनवाने की कोशिश करते हैं किसी और पे मंसूब करके। ये उनका अपना एक तखय्युल है, उनकी अपनी बातें हैं, फिर उनको मंसूब करते हैं मुसलमानों की तरफ। चले भाई हम बड़े जाहिल, हम बड़े जो है गलत लोग, हमने जो है ये सारा कुछ आप कह रहे हैं किया बकौल आपके। तो आप बता दीजिए कि अल्लाह पाक ने तुम लोगों में से किससे बात की है? वो कौन सी बात है, ज़रा पेश कीजिए।
پھر پس ہو جاتے ہیں. بھئی اللہ کلام کرتا ہے آپ کہتے ہیں, تو اس کا جواب دیجئے. تم لوگوں میں سے کس سے بات کی ہے بتائیے؟ کوئی یہی نہیں میں بتاتا. پیر صاحب یہی میں ان سے پوچھتا ہوں نا کہ قرآن کے بعد اگر کسی کے ساتھ کلام کیا تو وہ پیش کرو. وہ تو پیش خود کرو وہ نا. ہاں نہیں دیتے. ہاں یہی بات ہے عبدالرؤف صاحب. اگر عیسائی کہتے ہیں کہ ہم کسی رسول کو مانتے ہیں, اللہ نے کلام کیا, تو وہ تو پیش کرتے ہیں نا یہ کلام ہے اللہ کا. اور اسی طرح جتنے بھی مذاہب ہیں, جتنے بھی ادیان ہیں دنیا میں, وہ کوئی نہ کوئی کلام ان کے پاس ہے اور اس کو اللہ کی طرف سے مانتے ہیں اس کلام کو, اور وہ کہتے ہیں کہ ہمارے پلانے جو ہے نبی کے اوپر یہ جو کلام ہوا ہے اللہ کا کلام ہے. اب آپ سب جو ہے کہتے ہیں کہ اللہ پاک نے کلام کرنا بند کر دیا اور تم لوگ مسلمان بڑے ظالم ہو, اللہ تو کلام کرتا ہے. بھئی آپ سے کون سے کلام کیا ہے بتا دیجئے. مجھ سے تو آج تک کوئی کلام نہیں کیا. کوئی مسلمان نہیں ہے جو یہ کہتے ہیں کہ ان سے کلام کیا اللہ نے. نہیں, اب تم لوگ پھر ادھر سے بھاگ جاتے, اس کا کوئی جواب نہیں ہوتا, کوئی بھی ذرا بھی جواب نہیں ہوتا. اچھا پھر ایک ہو جاتا یہ ہے کہ سر وہ کیا نام ہے ہمارے سردار اعلیٰ, وہ بروڈ بند کر کے پھر تھوڑا سا میوزک وغیرہ کا معاملہ ان کا رہتا ہے. اگر بہت ہی اس وقت شرمندہ ہوں کہ وہ مجھے کوسے گا, تو پھر وہ تھوڑا سا کوئی نعت لگا دے گا یا کوئی آیات پڑھ دے گا. اگر ایسا کوئی نہ ہو, سب کے سب قادیانی ہوں, تو تب تو جو ہے وہ ڈانس کا محفل چلتا ہے. یہ یہاں سے پس ہو گئے, اس مسئلے کا جواب کوئی نہیں ان کے پاس. دوسری بات, اللہ اپنے سنت کو نہیں بدلتا. کڑی دا کڑی چلیے نا. اللہ اپنی سنت کو کیسے بدلے گا؟ جاہلو, سرکاری مسلمانوں, مولوی زاہد صاحب, سرکاری مسلمان, اللہ اپنے سنت کو بدلے گا؟ سن رہا ہوں. تمہاری مجال کیسے کہ آپ نے کہا کہ اللہ کی سنت بدلتی ہے؟ بھائی ہم نے کب کہا؟ ہم نے کہا ہی نہیں آپ کے سامنے, ہم نے یہ دعویٰ ہی نہیں کیا. چلے ٹھیک ہے, آپ نے یہ الزام لگا دیا, یہ بھی قبول کیجئے. اللہ اپنی سنت کو نہیں بدلتا. بتا دیجئے اللہ کی کیا سنت ہے؟ اللہ جو ہے انبیاء بیچتا رہا ہے. اچھا ٹھیک ہے, واقعتاً انبیاء تو بیچتا رہا ہے. اچھا بتا دیے طریقہ کیا تھا, کس طرح سے بیچتا تھا انبیاء؟ اللہ چنتا ہے, اللہ سلیکٹ کرتا ہے. ہاں ٹھیک ہے, مان جاتے ہیں اس بات کو. عدنان مطلوب نے کل جواب دیا آپ کو پھر اس کا؟ کیا جواب دے گا؟ وہی تو کہہ رہا ہوں نا بھائی, جب آپ کہتے ہیں کہ اللہ چنتا ہے, اور یہ بات ثابت ہے واقعتاً اللہ چنتا ہے. اب یہ جو 4 انعام طلعت صاحب جس کو رد کر رہے ہیں, اور آپ قادیانی اس کو پیش کرتے ہیں کہ یہ ہے 4 انعام. اب دیکھو اللہ نے کس طرح سے سنت بدل دیا. اب چیخنا شروع کر, نہیں, اللہ کی سنت ہے انبیاء بھیجنا, بس ایک ہی سنت ہے. طریقہ اس کو چھوڑ دیجئے, اس کو بھول جائیے, اس کو بدل سکتا ہے, کہہ بھی نہیں سکتے. بھئی جب سنت نہیں بدلتی, جو سنت تھی ماضی میں, مستقبل میں وہی رہنا چاہیے, وہی طریقہ ہونا چاہیے, تب نہیں بدلا. اگر وہاں بدل گیا تو مستقبل کا کچھ اور تھا, اب کچھ اور ہے. یہاں کوئی جواب نہیں, کوئی جواب. اچھا چلیے ٹھیک ہے, یہاں پر آپ کا کوئی جواب نہیں رہا. ایک اور بات, اس کا جواب دے دیجیے. اب طریقہ یہ ہے, آپ کی بات مان جاتے ہیں, مکمل شریعت آ گئی, افضل رسول آ گیا. اب طریقہ یہ ہوا کہ نبی کی اطاعت کرنے, رسول کی اطاعت کرنے کی وجہ سے انبیاء بنتا. اللہ پاک نے یہ قید لگا دی. جس طرح سے وہاں منافقین تھے کچھ, ایک وقت کے لیے تھا یہ حکم. کیا کرتے تھے؟ نبی علیہ السلام گفتگو فرما رہے ہیں, کوئی بات ہے, لوگ بیٹھے ہوئے ہیں. منافق کیا کرتے تھے؟ نبی علیہ السلام کے پاس جا کر کان میں کچھ کہہ دے جاتے تھے. لوگ اب دیکھ رہے ہیں کہ یہ کیا ہے, کوئی خاص بات ہوگی, اپنا مقام بڑھانے کے لیے. اب نبی علیہ السلام سے آپ سے بات تو کرنی ہے, لیکن اس محفل میں نہیں, ذرا تنہائی میں آپ سے کچھ پوچھنا ہے, ذرا تنہائی میں آپ سے کچھ بات کرنی ہے. اب نبی علیہ السلام ہے, وہ تو اخلاق اور شرافت کے پیکر ہیں. ٹھیک ہے, اب وقت برباد کر رہے ہیں نبی علیہ السلام کا. ہر آدمی کا یہی کام ہے منافقوں کا, کان میں ذرا آ کے, ذرا تنہائی میں. اب لوگ ایک دوسرے سے, مسلمان جو پاک
दामन हैं, जो साफ दिल है उनका, वो कहेंगे भाई क्या बात होगी, एक शक व शुबात। अब जब उनसे पूछते थे कि क्या ये आपने नबी अलैहिस्सलाम, नहीं मुझे कोई ख़ास बात करनी है, तो ये हमारा अपना मामला है। तुम्हारा अपना मामला है नबी के बारे में, ये कैसे मुमकिन है? अभी इसको कैसे, ये बुरी आदत, अपना मकाम जाहिर करने के लिए, मकाम कि भाई हमारी भी कोई, देखो हम ज़रा अकेले में बात करते हैं, हमारी आपस में गुफ्तगू रहती है, समझौता रहता है, ये एक गलत तस्वुर जा रहा है। तो अल्लाह पाक ने हुक्म नाजिल किया, किसी ने भी, कोई भी हो, सुनो, नबी से तन्हाई में बात करनी है, सरगोशी करनी है, पहले टेक्स्ट दो, पहले कुछ पैसा अदा करो, उसके बाद बात करो। अब मुनाफिक होते हैं कंजूस, समझ रहे हैं? अब टैक्स देने से वो रहे, अब कोई नहीं आ रहा तन्हाई में बात करने के लिए।